सत श्री अकाल जी सारिਆਂ ਨੂੰ। मैं मोहिंदर कौर फ्लाई अबाउट इमीग्रेशन तो जिवें कि तुसी ਜਿਹੜੇ ਵੀ ਲੋਕ ਮੇਰੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਪਤਾ ਹੈਗਾ ਕਿ ਮੈਂ ਕੈਨੇਡਾ, ਆਸਟ੍ਰੇਲੀਆ, ਯੂਕੇ, ਯੂਐਸ, ਯੂਰਪ ਦੇ ਵਿੱਚ ਡੀਲ ਕਰਦੀ ਹਾਂ ਤੇ ਇਵਨ ਜਾਪਾਨ ਵਿੱਚ। ਕਾਫੀ ਟਾਈਮ ਪਹਿਲਾਂ ਜਾਪਾਨ ਦਾ ਜਿਹੜਾ ਵੀਜ਼ਾਸ ਬੰਦ ਹੋਏ ਸੀਗੇ, ਅੱਜ ਇੱਕ ਨਵੀਂ ਖੁਸ਼ਖਬਰੀ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਕਿ ਜਾਪਾਨ ਦੇ ਵਿੱਚ ਅਕਤੂਬਰ ਇਨਟੇਕ ਚੱਲਦਾ ਪਿਆ ਇਸ ਵੇਲੇ। ਬਾਰਡਰਸ ਓਪਨ ਨੇ ਪਰ ਹੋਪ ਸੋ ਅਪ੍ਰੈਲ ਦੇ ਵਿੱਚ ਜਾ ਕੇ ਬਾਰਡਰਸ ਜਿਹੜੇ ਓਪਨ ਹੋਣ ਜਾ ਰਹੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਾਂ जिस कॉलेज यूनिवर्सिटी विच मैं डील कर रही हूँ उसके विच 3 इंटेक्स ने, जैन इंटेक, जून इंटेक एंड अक्टूबर इंटेक। हुण आपां अक्टूबर इंटेक के वास्ते आपां इत्थे गल करांगे कि इहदे रिक्वायरमेंट्स की रहणगीਆਂ, किहो ਜਿਹੇ ਬੱਚੇ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ। ਸਭ ਤੋਂ ਪਹਿਲਾਂ ਤੇ ਮੈਂ ਗੱਲ ਕਰਾਂਗੇ ਕਿ +2 ਦਾ ਬੱਚਾ ਜਿਹੜਾ ਹੈਗਾ ਵਾ ਉਹ ਐਲੀਜੀਬਲ ਹੈਗਾ ਵਾ, ਕਿਸੇ ਵੀ ਬੋਰਡ ਦਾ ਬੱਚਾ ਹੋਵੇ ਜਾਂ ਤੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈਗੀ ਹੈ ਤੇ ਉਹ ਵੀ ਬੱਚਾ ਇੱਥੇ ਐਲੀਜੀਬਲ ਹੈਗਾ, ਜਾਂ ਮਾਸਟਰਸ ਕੀਤੀ ਹੈ ਤੇ ਉਹ ਵੀ ਬੱਚਾ ਐਲੀਜੀਬਲ ਹੈਗਾ ਵਾ ਜਾਪਾਨ ਦੇ ਵਿੱਚ ਅਪਲਾਈ ਕਰਨ ਲਈ। ਸਭ ਤੋਂ ਪਹਿਲਾਂ ਮੈਂ ਦੱਸਾਂ ਇੱਥੇ ਕਿ ਤੁਹਾਡੀ ਜਿਹੜੀ ਏਜ ਹੈਗੀ ਆ ਉਹ 35 ਏਜ ਤੱਕ ਦਾ ਬੰਦਾ ਜਿਹੜਾ ਐਲੀਜੀਬਲ ਹੋਏਗਾ ਤੇ ਅਪਲਾਈ ਕਰਨ ਵਾਸਤੇ। 35 ਏਜ ਤੱਕ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਨਾਟ ਮੋਰ ਦੈਨ 35 ਤੋਂ ਉੱਪਰ ਵਾਲਾ ਬੰਦਾ ਜਿਹੜਾ ਵਾ ਐਲੀਜੀਬਲ ਨਹੀਂ ਹੋਗਾ ਇੱਥੇ ਅਪਲਾਈ ਕਰਨ ਲਈ। ਹੁਣ 35 ਏਜ ਦੇ ਵਿੱਚ ਤੁਹਾਨੂੰ ਮੈਂ ਤੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਦੱਸਣ ਜਾ ਰਹੀ, ਬਿਲਕੁਲ ਗੌਰ ਨਾਲ ਸੁਣਨਾ ਤੁਸੀਂ ਕਿ ਸਾਨੂੰ ਆਇਲਸ ਬਿਲਕੁਲ ਨਹੀਂ ਚਾਹੀਦੀ ਜਾਪਾਨ ਵਿੱਚ। ਇਹਦੇ ਵਿੱਚ ਗੈਪ ਜਿਹੜਾ ਤੁਹਾਡਾ 10 ਸਾਲ ਦਾ ਐਕਸੈਪਟੇਬਲ ਹੈਗਾ ਵਾ, ਗੈਪ ਵਿੱਚ ਕੋਈ ਕਵਰ ਨਹੀਂ ਕਰਵਾਉਣਾ ਤੁਸੀਂ, ਕੋਈ ਸਰਟੀਫਿਕੇਟ ਜਾਂ ਕੋਈ ਵੀ ਡਿਪਲੋਮਾ ਨਹੀਂ ਲਗਾਉਣਾ। +2 ਬੱਚਾ ਹੋਵੇ, ਕਿਸੇ ਵੀ ਬੋਰਡ ਦਾ ਹੋਵੇ, ਗ੍ਰੈਜੂਏਟ ਬੱਚਾ ਹੋਵੇ, ਕਿਸੇ ਵੀ ਯੂਨੀਵਰਸਿਟੀ ਦਾ ਹੋਵੇ, ਮਾਸਟਰਸ ਕੀਤੀ ਹੋਵੇ ਕਿਸੇ ਵੀ ਯੂਨੀਵਰਸਿਟੀ ਤੋਂ, ਉਹ ਬੱਚੇ ਸਾਰੇ ਇੱਥੇ ਐਲੀਜੀਬਲ ਹੋਣਗੇ ਵਿਦ 10 ਇਅਰਸ ਗੈਪ। ਐਂਡ ਆਲਸੋ ਲਾਸਟ ਏਜ ਜਿਹੜੀ 35 ਏਜ ਤੱਕ ਵਾਲਾ ਬੰਦਾ ਜਿਹੜਾ ਇੱਥੇ ਅਪਲਾਈ ਕਰ ਸਕਦਾ ਹੈ। ਹੁਣ ਅਕਤੂਬਰ ਇਨਟੇਕ ਹੈਗਾ ਵਾ, ਇਸ ਦੇ ਵਿੱਚ ਤੁਹਾਨੂੰ ਮੈਂ ਖਰਚੇ ਦੱਸਾਂਗੀ। ਮੇਰੀ ਕੰਪਨੀ ਜਿਹੜੀ ਆ ਉਹ ਸਾਰਾ ਖਰਚਾ ਇੱਥੇ ਕਰ ਰਹੀ ਆ। ਤੁਸੀਂ ਆ ਕੇ ਤੇ ਮੈਨੂੰ ਇੱਥੇ ਮਿਲੋ ਜਾਪਾਨ ਦੇ ਵਾਸਤੇ ਤੇ ਤੁਹਾਨੂੰ ਇਹਦੇ ਵਿੱਚ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੱਸਾਂਗੀ ਜਿਹੜੀਆਂ ਕਿ ਮੈਂ ਕੁਝ ਚੀਜ਼ਾਂ ਤੇ ਮੈਂ ਕਲੀਅਰ ਕਰਦਾ ਕਿ ਜਿਹੜੀਆਂ ਕਿ ਮੇਰੀ ਕੰਪਨੀ ਇੱਥੇ ਤੁਹਾਡੇ ਤੇ ਖਰਚਾ ਕਰ ਰਹੀ ਆ। ਅਸੀਂ ਤੁਹਾਡੇ ਤੋਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਵਾਂਗੇ, ਕੋਈ ਸੀਓਈ ਦੀ ਚਾਰजेस ਨਹੀਂ ਲਵਾਂਗੇ, ਕੋਈ ਸ਼ੋ ਮਨੀ ਦੇ ਚਾਰजेस ਨਹੀਂ ਲਵਾਂਗੇ। 13 ਲੱਖ ਰੁਪਇਆ ਵੈਸੇ 1 ਤੋਂ 3 ਮਹੀਨੇ ਤੱਕ ਦਾ ਫੰਡਸ ਰਿਕੁਆਇਰਡ ਨੇ, ਭਾਵੇਂ 1 ਡੇ 올ਡ ਹੋਣ। ਅਗਰ ਤੁਹਾਡੇ ਕੋਲ 13 ਲੱਖ ਰੁਪਏ ਵੀ ਸ਼ੋਅ ਕਰਨ ਲਈ ਨਹੀਂ ਹੈਗੇ ਤੁਹਾਡੇ ਪੇਰੈਂਟਸ ਦੇ ਅਕਾਊਂਟ ਵਿੱਚ, ਮੈਂ ਉਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਾਂਗੀ। ਫੰਡਿੰਗ ਦੇ ਵਿੱਚ ਵੀ, ਫੰਡਿੰਗ ਦੇ ਵੀ ਕੋਈ ਪੈਸੇ ਤੁਹਾਡੇ ਤੋਂ ਇੱਥੇ ਲਏ ਨਹੀਂ ਜਾਣਗੇ। ਇਸ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਨੇ ਲਾਈਕ ਪੀਸੀਸੀ ਮੈਡੀਕਲ ਨਹੀਂ ਹੁੰਦਾ, ਤੁਹਾਨੂੰ ਮੈਂ ਇੱਥੇ ਦੱਸ ਦੇਵਾਂ। ਸਿਰਫ ਟ੍ਰਾਂਸਲੇਸ਼ਨ ਹੁੰਦੀ ਹੈ, ਟ੍ਰਾਂਸਲੇਸ਼ਨ ਦੇ ਚਾਰजेस ਹੁੰਦੇ ਨੇ, ਰਜਿਸਟ੍ਰੇਸ਼ਨ ਦੇ ਚਾਰजेस ਨੇ ਜਿਹੜੇ ਐਡਮਿਸ਼ਨ ਟਾਈਮ ਦੇ, ਤੇ ਪ੍ਰੋਸੈਸਿੰਗ ਫੀਸ ਹੁੰਦੀ ਹੈ, ਸਰਵਿਸ ਫੀਸ ਹੁੰਦੀ ਹੈ ਜਿਹੜੀ ਕਿ ਕੋਈ ਵੀ ਕੰਪਨੀ ਤੁਹਾਡੇ ਤੋਂ ਲੈਂਦੀ ਆ। ਅਸੀਂ 1 ਰੁਪਈਆ ਵੀ ਤੁਹਾਡੇ ਤੋਂ ਇਹਦੇ ਵਿੱਚ ਨਹੀਂ ਲਵਾਂਗੇ। ਸਾਰਾ ਖਰਚਾ ਮੇਰੀ ਕੰਪਨੀ ਤੇ ਮੈਂ ਜਿਹੜਾ ਵਾ ਸਾਰਾ ਖਰਚਾ ਇੱਥੇ ਤੁਹਾਡਾ ਮੈਂ ਖੁਦ ਆਪਣੇ ਪਾਕਟ ਚੋਂ ਲਗਾਵਾਂਗੀ। ਹੁਣ ਇੱਥੇ ਆਪਾਂ ਗੱਲ ਕਰਾਂਗੇ ਸਿਰਫ ਫੀਸ ਦੀ। ਟਿਊਸ਼ਨ ਫੀਸ ਇੱਥੇ ਮੈਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਦਾ ਕਿਉਂਕਿ ਮੇਰੀ ਹਿਡਨ ਗੱਲਾਂ ਨਹੀਂ ਹੁੰਦੀਆਂ ਨੇ। ਮੈਂ ਬਿਲਕੁਲ ਹਰ ਵੀਡੀਓ ਵਿੱਚ ਦੱਸ ਦਿੰਦੀ ਆ ਕਿ ਮੈਂ ਕਿਹੜਾ ਪੈਸਾ ਲੈਣ ਜਾ ਰਹੀ ਹਾਂ ਤੇ ਕਿਸ ਚੀਜ਼ ਦਾ ਲੈਣ ਜਾ ਰਹੀ ਹਾਂ, ਕਿ ਵੀਜ਼ੇ ਤੋਂ ਪਹਿਲਾਂ ਲੈ ਰਹੀ ਹਾਂ ਕਿ ਵੀਜ਼ੇ ਤੋਂ ਬਾਅਦ ਲੈ ਰਹੀ ਹਾਂ। ਇੱਥੇ ਜਾਪਾਨ ਦੇ ਵਿੱਚ ਸਿਰਫ 50% ਜਿਹੜੇ ਨੇ ਤੁਹਾਨੂੰ ਫੀਸ ਹੈ ਜਿਹੜੀ ਇੱਥੇ ਪੇ ਕਰਨੀ ਹੋਊਗੀ, ਔਰ 50% ਚਾਰजेस ਨੇ ਜਿਹੜੇ ਉਹ ਤੁਹਾਡੇ ਆਫਟਰ ਵੀਜ਼ਾ ਹੋਣਗੇ। ਬਾਕੀ ਦਾ ਉਸ 50% ਦੇ ਵਿੱਚ ਮੇਰੀ ਕੰਪਨੀ ਹੈ ਜਿਹੜੀ ਆ ਫੰਡਸ ਤੋਂ ਲੈ ਕੇ ਹਰ ਇੱਕ ਚੀਜ਼, ਰਜਿਸਟ੍ਰੇਸ਼ਨ ਤੋਂ ਲੈ ਕੇ ਤੁਹਾਡੀ ਜਿਹੜੀ ਹੈਗੀ ਆ ਟ੍ਰਾਂਸਲੇਸ਼ਨ ਚਾਰजेस ਤੋਂ ਲੈ ਕੇ ਸਾਰਾ ਕੁਝ ਅਸੀਂ ਆਪਣੇ ਕੋਲੋਂ ਕਰਾਂਗੇ। ਇੱਥੇ ਇੱਕ ਚੀਜ਼ ਹੋਰ ਦੱਸ ਦਵਾਂ ਮੈਂ, ਤੁਹਾਨੂੰ ਪਤਾ ਹੀ ਹੋਗਾ ਜਾਪਾਨ ਦੇ ਵਿੱਚ ਜਿਹੜਾ ਹੈਗਾ ਵਾ ਤੁਹਾਨੂੰ ਇੱਕ ਜੈਪਨੀਜ਼ ਲੈਂਗੁਏਜ ਦੇ ਕੋਰਸ ਵਿੱਚ ਜਾਣਾ ਪੈਂਦਾ। 1 ਈਅਰ ਦਾ ਉਹ ਕੋਰਸ ਹੁੰਦਾ, ਬਟ ਉਹ 1 ਈਅਰ ਦੀ ਬੇਸਿਕ ਨੌਲੇਜ ਹੈ ਜਿਹੜੀ ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਕਾਲਜ ਯੂਨੀਵਰਸਿਟੀ ਵੱਲੋਂ ਇੰਡੀਆ ਵਿੱਚ ਬੈਠਿਆਂ ਆਨਲਾਈਨ ਤੁਹਾਨੂੰ ਪ੍ਰੋਵਾਈਡ ਕਰਾਂਗੇ। ਤੇ 1.5 ਮਹੀਨੇ ਦਾ ਕੋਰਸ ਹੋਏਗਾ ਲੈਵਲ 1 ਤੋਂ ਲੈ ਕੇ ਲੈਵਲ 5 ਤੱਕ, ਜਿਹੜਾ ਕਿ 1.5 ਮਹੀਨੇ ਚ ਕੰਪਲੀਟ ਹੋ ਜਾਊਗਾ। ਉਹਦੇ ਵੀ ਕੋਈ ਐਕਸਟਰਾ ਚਾਰजेस ਨਹੀਂ ਤੁਹਾਡੇ ਤੋਂ ਲੈ ਜਾਣਗੇ। ਬੇਸਿਕ ਨੌਲੇਜ ਇੱਥੇ ਤੁਹਾਨੂੰ ਦੇ ਕੇ ਜਿਹੜੀ ਅਸੀਂ ਫਿਰ ਤੁਹਾਡੀ ਫਾਈਲ ਅਪਲਾਈ ਕਰਾਂਗੇ ਤੇ ਵੀਜ਼ਾ ਇਹਦੇ ਵਿੱਚ 100% ਹੋਗਾ। ਇੱਥੇ ਮੈਂ ਗੱਲ ਕਲੀਅਰ ਕਰਦਾ, ਵੀਜ਼ਾ 100% ਹੋਏਗਾ। ਫਾਈਲ ਤੁਹਾਡੀ ਸਬਮਿਟ ਜਿਹੜੀ ਅਸੀਂ ਬੰਬੇ ਜਾਂ ਤੁਹਾਡੀ ਦਿੱਲੀ ਦੇ ਵਿੱਚ ਕਰਵਾਵਾਂਗੇ। ਕੋਈ ਇੰਟਰਵਿਊ ਨਹੀਂ ਹੋਊਗੀ। ਤੁਸੀਂ ਸੁਣਿਆ ਹੋਗਾ ਜਾਪਾਨ ਦੇ ਵਿੱਚ ਬਹੁਤ ਸਾਰੇ ਇੰਟਰਵਿਊਜ਼ ਦੇਣੀਆਂ ਪੈਂਦੀਆਂ ਨੇ, ਬਟ ਇੱਥੇ ਕੋਈ ਇੰਟਰਵਿਊ ਨਹੀਂ ਤੁਹਾਡੇ ਤੋਂ ਕਰਵਾਈ ਜਾਊਗੀ। ਤੁਹਾਨੂੰ ਕੋਈ ਚੀਜ਼ ਕਰਨ ਦੀ ਜ਼ਰੂਰਤ ਨਹੀਂ, ਕੋਈ ਇੰਟਰਵਿਊ ਪ੍ਰੀਪੈਰੇਸ਼ਨ ਨਹੀਂ ਹੈ ਤੁਹਾਡੀ ਸਾਡੇ ਆਫਿਸ ਵਿੱਚ। ਕੁਝ ਨਹੀਂ ਤੁਸੀਂ ਕਰਨਾ, ਜਸਟ ਆਪਣੇ ਡਾਕੂਮੈਂਟਸ ਦੇਣੇ ਆ, ਖਰਚਾ ਵੀ ਅਸੀਂ ਕਰਨਾ ਹੈਗਾ। ਕੋਈ ਤੁਹਾਡੀ ਇੰਟਰਵਿਊ ਦੀ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਵੀ। ਹੁਣ ਆਪਾਂ ਇੱਥੇ ਗੱਲ ਕਰਾਂਗੇ ਸਿਰਫ 1 ਈਅਰ ਦਾ ਜਿਹੜਾ ਹੈਗਾ ਤੁਹਾਡਾ ਵੀਜ਼ਾ ਲੱਗ ਕੇ ਆਊਗਾ, ਜਿਹੜਾ ਕਿ ਤੁਸੀਂ ਜੈਪਨੀਜ਼ ਦਾ ਲੈਂਗੁਏਜ ਕੋਰਸ ਕਰਨ ਜਾ ਰਹੇ ਹੋ। ਫਰਦਰ ਜਿਹੜੀ ਹੈਗੀ ਤੁਹਾਡੀ ਜਿਹੜੀ ਆ ਸਟੱਡੀ ਐਕਸਟੈਂਡ ਹੋ ਜਾਏਗੀ, ਜਿਹੜੀ ਤੁਸੀਂ ਡਿਗਰੀ ਲੈਣੀ ਆ ਭਾਵੇਂ ਮਾਸਟਰਸ ਦੀ ਭਾਵੇਂ ਉਹ ਬੈਚਲਰਸ ਦੀ। ਹੁਣ ਇੱਥੇ ਆਪਾਂ ਗੱਲ ਕਰਾਂਗੇ ਕਿ ਬੱਚਾ ਕਿੰਨੇ ਘੰਟੇ ਕੰਮ ਕਰ ਸਕਦਾ ਹੈ। ਬੱਚਾ ਆਪਣੀ ਸਟੱਡੀ ਦੇ ਦੌਰਾਨ ਜਿਹੜਾ ਵਾ 40 ਆਵਰਸ ਪਰ ਵੀਕ ਜੈਨੂਨ ਵੇ ਨਾਲ ਉੱਥੇ ਆਪਣਾ ਕੰਮ ਕਰ ਸਕਦਾ ਹੈ। ਹੋਪ ਸੋ ਇੱਥੇ ਮੈਂ ਬਹੁਤ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੇ ਕਲੀਅਰ ਕਰ ਚੁੱਕੀ ਹਾਂ। ਹੁਣ ਮੈਂ ਤੁਹਾਨੂੰ ਇੱਥੇ ਦੱਸਾਂ ਕਿ ਮੈਂ ਕਿਹੜੀ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕਰਵਾਉਂਗੀ। 6 ਮੰਥ ਦੀ ਫੀਸ ਹੈ ਜਿਹੜੀ ਮੈਂ ਪੇ ਕਰਾਂਗੀ। ਦੈਨ ਇੰਸ਼ੋਰੈਂਸ ਹੈ ਤੁਹਾਡੀ ਹੈ ਜਿਹੜੀ ਇੱਥੇ ਪੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ। ਉੱਥੋਂ ਇੰਡੀਅਨ ਰੁਪੀਜ਼ ਜਿਹੜੇ ਨੇ INR ਦੇ ਵਿੱਚ ਸਿਰਫ 1300 ਰੁਪਏ ਤੁਹਾਡੇ ਇੰਸ਼ੋਰੈਂਸ ਦੇ ਪੇ ਹੋਣੇ ਆ, ਜਿਹੜਾ ਕਿ ਬੱਚਾ ਜਾ ਕੇ ਖੁਦ ਸਬਮਿਟ ਕਰੇਗਾ। 6 ਮੰਥ ਦੀ ਫੀਸ ਅਸੀਂ ਤੁਹਾਨੂੰ ਵਿੱਚ ਦੇ ਰਹੇ ਹਾਂ। 6 ਮੰਥ ਦੀ ਅਕੋਮੋਡੇਸ਼ਨ ਦੇ ਰਹੇ ਹਾਂ।
1 ਮਹੀਨੇ ਦਾ ਤੁਹਾਨੂੰ ਫੂਡ ਦੇ ਰਹੇ ਹਾਂ, 에어ਪੋਰਟ ਪਿਕਅਪ ਤੁਹਾਨੂੰ ਦੇ ਰਹੇ ਹਾਂ। ਬਹੁਤ ਸਾਰੇ ਬੱਚੇ ਨੇ, ਸਾਨੂੰ ਤੋਂ ਪਤਾ ਲੱਗਾ ਬਹੁਤ ਸਾਰੀ ਕੰਪਨੀਆਂ ਭੇਜਦੀਆਂ ਨੇ ਕਿ 에어ਪੋਰਟ ਦੇ ਟਾਈਮ ਤੇ ਜਦੋਂ ਬੱਚਾ 에어ਪੋਰਟ ਤੋਂ ਉਤਰਦਾ ਉਹਨੂੰ ਕਿਸੇ ਵੀ ਟੈਕਸੀ ਵਗੈਰਾ ਹਾਇਰ ਕਰਨੀ ਪੈਂਦੀ, 70-80 ਹਜ਼ਾਰ ਰੁਪਏ ਨਾਲ ਤੇ ਪੇ ਕਰਨੇ ਪੈਂਦੇ ਨੇ। ਬਟ ਤੁਹਾਨੂੰ ਇੱਥੇ 에어ਪੋਰਟ ਪਿਕਅਪ ਫ੍ਰੀ ਹੈਗੀ ਹੈ। ਅਕੋਮੋਡੇਸ਼ਨ 1 ਮੰਥ ਦੀ ਹੈਗੀ ਆ, ਸੌਰੀ ਅਕੋਮੋਡੇਸ਼ਨ 6 ਮੰਥ ਦੀ ਹੈਗੀ ਆ, 6 ਮੰਥ ਦੀ ਫੀਸ ਹੈਗੀ ਹੈ। ਤੇ ਫੂਡ ਹੈ ਤੁਹਾਨੂੰ 1 ਮਹੀਨਾ ਖਾਣ ਪੀਣ ਦਾ ਸਾਰਾ ਕੁਝ ਮਿਲੇਗਾ। ਤੇ ਜਿਹੜੇ ਅਕੋਮੋਡੇਸ਼ਨ 6 ਮੰਥ ਦੀ ਦੇਵਾਂਗੇ ਉਹਦੇ ਚ ਏਸੀ, ਫ੍ਰਿਜ ਤੋਂ ਲੈ ਕੇ ਮਾਈਕ੍ਰੋਵੇਵ ਤੋਂ ਲੈ ਕੇ ਈਚ ਐਂਡ ਐਵਰੀਥਿੰਗ, ਇਵਨ ਕਿ ਤੁਹਾਡੇ ਬਰਤਨ ਜਿਹੜੇ ਨੇ, ਯੂਟੈਂਸਿਲਸ ਨੇ ਕਿਚਨ ਦੀਆਂ, ਉਹ ਵੀ ਸਾਰੀਆਂ ਤੁਹਾਨੂੰ ਤੇ ਯੂਜ਼ ਕਰਨ ਮਿਲਣਗੀਆਂ। ਤੁਸੀਂ ਇੰਡੀਆ ਤੋਂ ਕੋਈ ਵੀ ਇੱਥੋਂ ਕੋਈ ਸਮਾਨ ਲੈ ਕੇ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਆ। ਅਕਤੂਬਰ ਇਨਟੇਕ ਵਾਸਤੇ ਤੁਸੀਂ ਆਪਣਾ ਅਪਲਾਈ ਕਰੋ ਤੇ ਤੁਹਾਨੂੰ ਮੈਂ ਦੱਸ ਚੁੱਕੀ ਸਿਰਫ 50% ਫੀਸ ਹੈ ਜਿਹੜੀ ਤੁਸੀਂ ਆਪਣੇ ਹੱਥੀ ਕਾਲਜ ਨੂੰ ਪੇ ਕਰਨੀ ਆ। 50% ਫੀਸ ਹੈ ਜਿਹੜੀ ਤੁਸੀਂ ਮੈਨੂੰ ਆਫਟਰ ਵੀਜ਼ਾ ਦੇਣੀ ਆ। ਬਾਕੀ ਦੀ ਜਿੰਨੀਆਂ ਵਿੱਚ ਫੈਸਿਲਿਟੀਜ਼ ਮੈਂ ਦੇਣੀ ਉਹਦੇ ਕੋਈ ਚਾਰजेस ਨਹੀਂ ਲੈ ਰਹੀ ਹਾਂ, ਉਹ ਸਾਰੇ ਪੈਸੇ ਮੈਂ ਤੁਹਾਡੇ ਤੋਂ ਆਫਟਰ ਵੀਜ਼ਾ ਲਵਾਂਗੀ। ਤੇ ਇਸ ਤਰ੍ਹਾਂ ਕਰਕੇ ਬਹੁਤ ਸਾਰੀ ਚੀਜ਼ਾਂ ਨੇ ਜਿਨ੍ਹਾਂ ਦੇ ਤੁਹਾਨੂੰ ਬੈਨੀਫਿਟਸ ਹੋਣ ਜਾ ਰਹੇ ਨੇ। ਫੰਡਸ ਫੈਸਿਲਿਟੀਜ਼ ਤੁਹਾਨੂੰ ਅਸੀਂ ਦੇ ਰਹੇ ਹਾਂ। ਈਚ ਐਂਡ ਐਵਰੀਥਿੰਗ ਇੱਥੇ ਕਲੀਅਰ ਹੋ ਗਈ ਆ। ਹੋਪ ਸੋ ਤੁਹਾਨੂੰ ਇੱਥੇ ਸਾਰੀ ਚੀਜ਼ਾਂ ਦੀ ਸਮਝ ਆ ਗਈ ਹੋਵੇ। ਮੈਂ ਜੈਪਨੀਜ਼ ਲੈਂਗੁਏਜ ਦੇ ਵਿੱਚ ਅਸੀਂ ਕਿਵੇਂ ਤੁਹਾਨੂੰ ਇੰਡੀਆ ਤੋਂ ਹੀ ਤਿਆਰੀ ਕਰਵਾ ਰਹੇ ਹਾਂ ਇਹ ਵੀ ਤੁਹਾਨੂੰ ਇੱਥੇ ਦੱਸ ਦਿੱਤਾ ਹੈ। ਗੈਪ ਬਾਰੇ ਤੁਹਾਨੂੰ ਦੱਸਤਾ, ਏਜ ਬਾਰੇ ਤੁਹਾਨੂੰ ਦੱਸਤਾ, ਪ੍ਰੋਗਰਾਮ ਬਾਰੇ ਦੱਸਤਾ। ਤੁਹਾਨੂੰ ਰਜਿਸਟ੍ਰੇਸ਼ਨ ਦੇ ਚਾਰजेस ਕੋਈ ਨਹੀਂ ਹੈਗੇ। ਈਚ ਐਂਡ ਐਵਰੀਥਿੰਗ ਇਜ਼ ਕਲੀਅਰ ਥਰੂ ਦਿਸ ਵੀਡੀਓ। ਫਿਰ ਵੀ ਕੋਈ ਗੱਲ ਅਗਰ ਰਹਿ ਗਈ ਹੋਵੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਨੰਬਰ ਤੇ ਜਿਹੜਾ ਕਿ ਇੱਥੇ ਡਿਸਪਲੇ ਹੋ ਰਿਹਾ ਹੈਗਾ 95 17 17 20 20। ਇਹ ਸਿਰਫ ਪੰਜਾਬ ਵਾਲਿਆਂ ਵਾਸਤੇ ਵੀਡੀਓ ਨਹੀਂ ਹੈ, ਪੂਰੇ ਥਰੂ ਆਊਟ ਦੀ ਵਰਲਡ ਜਿੱਥੇ ਜਿੱਥੇ ਵੀਡੀਓ ਜਾਊਗੀ YouTube ਤੇ ਉੱਥੇ ਸਾਰੇ ਲੋਕਾਂ ਤੱਕ ਮੇਰੀ ਆਵਾਜ਼ ਪਹੁੰਚੇ, ਤਾਂ ਕਿ ਜਿਹੜੇ ਬੱਚੇ ਜਿਹੜੇ ਜਾਪਾਨ ਜਾਣਾ ਚਾਹੁੰਦੇ ਨੇ ਉਹ ਆਪਣਾ ਵੀਜ਼ਾ ਈਜ਼ੀਲੀ ਲੈਣ ਤੇ ਕੋਈ ਵੀ ਤੁਹਾਨੂੰ 1 ਰੁਪਿਆ ਵੀ ਜਿਹੜਾ ਤੁਹਾਡਾ ਵੇਸਟ ਨਾ ਹੋਵੇ। ਲਿਮਿਟਡ ਤੁਹਾਡੇ ਤੋਂ ਚਾਰजेस ਲੈ ਜਾਣਗੇ। ਸਾਰੇ ਪੈਸੇ ਜਿਹੜੇ ਨੇ ਉਹ ਤੁਹਾਡੇ ਕੋਲੋਂ ਜਿਹੜੇ ਸਰਵਿਸਿਜ਼ ਮੈਂ ਦੇ ਰਹੀ ਹਾਂ ਉਹਦੇ ਪੈਸੇ ਆਫਟਰ ਵੀਜ਼ਾ ਲੈ ਜਾਣਗੇ। ਜਸਟ ਤੁਸੀਂ ਫੀਸ ਦਾ 50% ਪੇ ਕਰਨਾ ਹੈ। ਤੇ ਥੈਂਕਸ ਅ ਲੋਟ, ਹਮੇਸ਼ਾ ਤੁਸੀਂ ਮੇਰੀ ਸਪੋਰਟ ਕੀਤੀ ਹੈ। ਤੇ ਸਾਰੇ ਜਿਹੜੇ ਵੀ ਸਟੂਡੈਂਟਸ ਇੰਟਰਸਟਿਡ ਹੈ ਉਹਨਾਂ ਤੱਕ ਇਹ ਵੀਡੀਓ ਜਾਵੇ। ਈਵਨ ਕਿ ਸਟੂਡੈਂਟਸ ਛੱਡ ਕੇ ਕੋਈ ਮੈਰਿਡ ਬੰਦੇ ਵੀ ਹੈਗੇ ਨੇ ਜਿਹਨਾਂ ਦੇ 10 ਸਾਲ ਦੇ ਗੈਪ ਨੇ ਜਾਂ ਜਿਨ੍ਹਾਂ ਦੀ ਏਜ 34 ਤੱਕ ਹੋ ਗਈ ਜਾਂ 35 ਦੇ ਬਿਲੋ ਹੈਗੀ ਆ, ਉਹ ਬੰਦੇ ਤੇ ਐਲੀਜੀਬਲ ਹੋਣਗੇ। ਥੈਂਕਸ ਅ ਲੋਟ।